ਸਾਰੇ ਬੱਚਿਆਂ ਨੂੰ ਸਤਿ ਸ਼੍ਰੀ ਅਕਾਲ। ਅਧਿਆਪਕ ਸਾਥੀਆਂ ਨੂੰ ਸਤਿ ਸ਼੍ਰੀ ਅਕਾਲ। ਜਿੰਨੇ ਵੀ ਹੋਰ ਸਾਡੇ ਪੇਰੈਂਟਸ ਬੱਚਿਆਂ ਦੇ ਦੇਖ ਰਹੇ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ। ਸਾਰੇ ਬੱਚਿਆਂ ਦਾ ਅਤੇ ਉਹਨਾਂ ਦਾ ਮੈਂ ਸਵਾਗਤ ਕਰਦਾ। ਬੇਨਤੀ ਕਰਦਾ ਹਾਂ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਔਰ ਇਸ ਨਾਜ਼ੁਕ ਸਮੇਂ ਦੇ ਵਿੱਚ ਬੱਚਿਆਂ ਨੂੰ ਤਾਕੀਦ ਕਰੋ। ਅਸੀਂ ਵੀ ਲਗਾਤਾਰ ਅਧਿਆਪਕ ਹੋਣ ਦੇ ਨਾਤੇ ਹਰ ਵਾਰ ਮੈਂ ਇਹ ਗੱਲ ਕਹਿੰਦਾ ਹਾਂ ਕਿ ਘਰਾਂ ਦੇ ਵਿੱਚ ਰਹਿਣਾ ਹੈ, ਮਾਸਕ ਦੀ ਵਰਤੋਂ ਕਰਨੀ ਹੈ ਔਰ ਸੋਸ਼ਲ ਡਿਸਟੈਂਸ ਦੀ ਜਿਹੜੀ ਨਿਯਮ ਹੈ ਉਹਦਾ ਪਾਲਣਾ ਕਰਦੇ ਰਹਿਣਾ ਹੈ। ਲਗਾਤਾਰ ਹੱਥਾਂ ਨੂੰ ਧੋਂਦੇ ਰਹਿਣਾ ਹੈ ਤਾਂ ਕਿ ਅਸੀਂ ਇਸ ਜਿਹੜਾ ਬਿਮਾਰੀ ਹੈ ਇਸ ਤੋਂ ਬਚਿਆ ਜਾ ਸਕੇ, ਇਹ ਸਾਡੇ ਨਜ਼ਦੀਕ ਨਾ ਆ ਸਕੇ। ਸੋ ਸਮੇਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਹਨਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਸੋ ਇਹ ਬੇਨਤੀਆਂ ਪ੍ਰਵਾਨ ਕਰਿਓ। ਸੋ ਇਸ ਤੋਂ ਬਾਅਦ ਜਿਹੜਾ ਹੈ ਕਲਾਸ ਚੌਥੀ ਦੇ ਵਿਦਿਆਰਥੀਆਂ ਲਈ ਵਰਕਸ਼ੀਟ ਨੰਬਰ 2 ਚੱਲ ਰਹੀ ਹੈ। ਸੋ ਇਸੇ ਤਹਿਤ ਜਿਹੜਾ ਹੈ ਅੱਜ ਅਸੀਂ ਵਰਕਸ਼ੀਟ ਨੰਬਰ 2 ਗਣਿਤ ਦੀ ਜਿਹੜੀ ਆ ਉਹ ਕਰਨ ਜਾ ਰਹੇ ਹਾਂ। ਸੋ ਗਣਿਤ ਦੀ ਵਰਕਸ਼ੀਟ ਨੰਬਰ 2 ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇਹ ਚੈੱਕ ਕਰ ਲੈਣਾ ਕਿ ਵਰਕਸ਼ੀਟ ਨੰਬਰ 1 ਤੁਸੀਂ ਕਰ ਲਈ ਹੈ। ਅਗਰ ਤੁਹਾਡੀ ਕੋਈ ਕੁਐਰੀ ਹੋਏ ਤਾਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੇ ਹੋ, ਕੋਈ ਸਵਾਲ ਤੁਹਾਡੀ ਸਮਝ ਨਹੀਂ ਆਇਆ ਜੋ ਕਰਵਾਇਆ ਗਿਆ ਸੀ, ਜੋ ਪ੍ਰਸ਼ਨ ਤੁਹਾਨੂੰ ਔਖਾ ਲੱਗਾ ਜਾਂ ਸਮਝ ਨਹੀਂ ਆਇਆ, ਤੁਸੀਂ ਉਹ ਮੈਨੂੰ ਪੁੱਛ ਸਕਦੇ ਹੋ, ਫੋਨ ਕਰ ਸਕਦੇ ਹੋ ਜਾਂ ਤੁਸੀਂ ਜਿਹੜਾ ਹੈ ਫੋਟੋ ਕਲਿੱਕ ਕਰਕੇ ਮੈਨੂੰ ਭੇਜ ਸਕਦੇ ਹੋ। ਉਹਦਾ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ। ਸੋ ਚਲੋ ਜਲਦੀ ਨਾਲ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1 ਉਹਦਾ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਸਾਰੇ ਬੱਚੇ ਆਪਣੇ ਕਾਪੀ ਪੈਨ ਕੱਢ ਲਓ, ਵਰਕਸ਼ੀਟ ਸਾਹਮਣੇ ਕੱਢ ਲਓ ਜਿਹੜੀ ਤੁਹਾਨੂੰ ਮਿਲੀਆਂ ਹੋਈਆਂ ਨੇ। ਵਰਕਸ਼ੀਟ 2 ਆਪਾਂ ਕਲੀਅਰ ਅੱਜ ਕਰਨ ਜਾ ਰਹੇ ਹਾਂ, ਸਾਰੀ ਅੱਜ ਕੰਪਲੀਟ ਕਰਨ ਜਾ ਰਹੇ ਹਾਂ। ਸੋ ਪਹਿਲਾ ਪ੍ਰਸ਼ਨ ਹੈ ਵਰਕਸ਼ੀਟ ਦਾ, ਸਾਰੇ ਬੱਚੇ ਧਿਆਨ ਦੇਣ। 7000 ਜਮ੍ਹਾਂ 4 ਸੈਂਕੜੇ ਜਮ੍ਹਾਂ 3 ਇਕਾਈਆਂ ਜਮ੍ਹਾਂ 1 ਇਕਾਈ, ਸੌਰੀ 3 ਦਹਾਈਆਂ ਜਮ੍ਹਾਂ 1 ਇਕਾਈ। ਸੋ ਦੱਸੋ ਕਿਹੜੀ ਸੰਖਿਆ ਬਣੀ। ਜਦੋਂ ਅਸੀਂ 7000 ਦੀ ਗੱਲ ਕਰਦੇ ਹਾਂ ਤਾਂ 7000 ਦੇ ਨਾਲ ਕੁਛ ਵੀ ਨਹੀਂ ਹੈ, ਪਲੱਸ 4 ਸੈਂਕੜੇ ਨੇ, ਇਹਦਾ ਮਤਲਬ ਕਿੰਨਾ ਹੋ ਗਿਆ 7400। ਅੱਗੇ 3 ਦਹਾਈਆਂ ਨੇ, 3 ਦਹਾਈ ਦਾ ਮਤਲਬ 30 ਅਤੇ ਅੱਗੇ 1 ਇਕਾਈ ਹੈ 30 ਅਤੇ 31, 7431। ਸੋ ਆਪਾਂ ਦੇਖਣਾ ਹੈ ਕਿਹੜਾ ਆਨਸਰ ਹੈ ਸਾਡਾ 7431। ਇਹ ਸਾਡਾ ਆਨਸਰ ਹੈ 7431, ਇਹ ਸਹੀ ਹੋ ਗਿਆ ਹੈ। ਠੀਕ ਹੈ। ਸਵਾਲ ਨੰਬਰ 2, ਸਾਰਣੀ ਅਨੁਸਾਰ 5 ਦਾ ਸਥਾਨਕ ਮੁੱਲ ਦੱਸਣਾ ਹੈ। ਆਪਾਂ ਬੱਚਿਓ ਸਥਾਨਕ ਮੁੱਲ ਕਿਸ ਤਰ੍ਹਾਂ ਦੱਸੀਦਾ ਹੈ, ਜਿਸ ਸਥਾਨ 'ਤੇ ਵੀ ਅੰਕ ਹੋਵੇ ਉਹ ਦੇਖੀਦਾ ਹੈ ਕਿਹੜਾ ਸਥਾਨ ਹੈ, ਉਹਦਾ ਓਨਾ ਮੁੱਲ ਅੰਕਿਤ ਕਰ ਦਈਦਾ ਹੈ। ਉਸਦਾ ਓਨਾ ਮੁੱਲ ਜਿਹੜਾ ਹੈ ਉਹ ਆਪਾਂ ਪਾ ਦੇਣਾ ਹੁੰਦਾ ਹੈ। ਉਸ ਮੁੱਲ ਦੇ ਨਾਲ ਹੀ ਉਹਨੇ, ਜੇ ਉਹ ਸੈਂਕੜੇ ਸਥਾਨ 'ਤੇ ਸੈਂਕੜੇ ਮੁੱਲ ਬਣ ਜਾਏਗਾ, ਦਹਾਈ 'ਤੇ ਅਤੇ ਦਹਾਈਆਂ ਮੁੱਲ ਬਣ ਜਾਏਗਾ, 1000 'ਤੇ ਅਤੇ ਹਜ਼ਾਰਵਾਂ ਮੁੱਲ ਜਿਹੜਾ ਉਹਦਾ ਬਣ ਜਾਏਗਾ। ਉਹਦੀ ਵੈਲਿਊ ਉਸੇ ਵਿੱਚ ਪਵੇਗੀ ਜਿਸ ਖਾਨੇ ਵਿੱਚੋਂ ਅੰਕ ਜਿਹੜਾ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਹੈ। ਸੋ ਆਪਾਂ ਗੱਲ ਕਰ ਰਹੇ ਹਾਂ 5 ਦੀ। ਸੋ 5 ਹੈ ਸੈਂਕੜੇ ਦੇ ਸਥਾਨ 'ਤੇ, ਤੁਸੀਂ ਦੇਖ ਰਹੇ ਹੋ। ਸਵਾਲ ਨੰਬਰ 2 ਕਰ ਰਹੇ ਹਾਂ ਆਪਾਂ, ਸੈਂਕੜੇ ਦੇ ਸਥਾਨ 'ਤੇ ਹੈ 5। ਸੋ 5 ਦਾ ਸਥਾਨਕ ਮੁੱਲ ਕਿੰਨਾ ਹੋ ਗਿਆ 500। ਜੇ 5 ਦੇ ਸਥਾਨ ਸੈਂਕੜੇ ਦੇ ਸਥਾਨ 'ਤੇ ਹੈ 5 ਦਾ ਸਥਾਨਕ ਮੁੱਲ ਕਿੰਨਾ ਹੋ ਗਿਆ 500। ਸੋ ਉਹਦਾ ਉੱਤਰ ਕਿੰਨਾ ਆ ਜਾਏਗਾ 500। ਸਾਰੇ ਬੱਚੇ ਨੋਟ ਕਰ ਲਓ। ਪ੍ਰਸ਼ਨ ਨੰਬਰ 3, ਹੇਠਾਂ ਕੁਝ ਵਸਤੂਆਂ ਦੇ ਮੁੱਲ ਦਿੱਤੇ ਗਏ ਹਨ। ਇਹਨਾਂ ਨੂੰ ਘਟਦੇ ਕ੍ਰਮ ਵਿੱਚ ਲਿਖਦੇ ਸਮੇਂ ਸਭ ਤੋਂ ਅਖੀਰ ਵਿੱਚ ਕਿਸ ਵਸਤੂ ਦਾ ਮੁੱਲ ਆਵੇਗਾ ਉਹ ਲਿਖਣਾ ਹੈ। ਪਹਿਲਾਂ ਆਪਾਂ ਇਸ ਨੂੰ ਕਰਨਾ ਹੈ ਘਟਦੇ ਕ੍ਰਮ 'ਚ ਲਿਖਣਾ ਹੈ। ਮੈਂ ਤੁਹਾਨੂੰ ਹਰ ਵਾਰ ਸਮਝਾਇਆ ਹੈ, ਕਲਾਸ ਦੇ ਵਿੱਚ ਵੀ ਆਪਾਂ ਜਦੋਂ ਔਨਲਾਈਨ ਕਲਾਸ ਲਾਈ ਸੀ ਵੱਧਦੇ ਕ੍ਰਮ ਘਟਦੇ ਕ੍ਰਮ ਦੀ, ਉਦੋਂ ਵੀ ਤੁਹਾਨੂੰ ਦੱਸਿਆ ਸੀ ਕਿ ਸੰਖਿਆਵਾਂ ਪ੍ਰਕਿਰਿਆਵਾਂ ਜਦੋਂ ਆਪਾਂ ਕਰ ਰਹੇ ਸੀ ਉਸ ਚੈਪਟਰ ਦੇ ਵਿੱਚ ਆਪਾਂ ਦੱਸਿਆ ਸੀ ਕਿ ਜਦੋਂ ਘਟਦੇ ਕ੍ਰਮ 'ਚ ਲਿਖੀਦਾ ਅਤੇ ਸਭ ਤੋਂ ਵੱਡਾ ਅੰਕ ਪਹਿਲਾਂ ਆਉਂਦਾ, ਸਭ ਤੋਂ ਵੱਡੀ ਸੰਖਿਆ ਜਿਹੜੀ ਉਹ ਪਹਿਲਾਂ ਆਉਂਦੀ ਹੈ। ਅੰਕ ਹੋਵੇ ਜਾਂ ਸੰਖਿਆ ਉਹ ਪਹਿਲਾਂ ਆਉਣੀ ਹੈ, ਉਸ ਤੋਂ ਬਾਅਦ ਫਿਰ ਉਸ ਤੋਂ ਛੋਟੀ, ਫਿਰ ਉਸ ਤੋਂ ਛੋਟੀ ਅਤੇ ਫਿਰ ਉਸ ਤੋਂ ਛੋਟੀ। ਮੈਂ ਤੁਹਾਨੂੰ ਇੱਕ ਪਿਕਚਰ ਵੀ ਡਰਾ ਕਰਕੇ ਦੱਸੀ ਸੀ ਕਿ ਜਦੋਂ ਆਪਾਂ ਘਟਦੇ ਕ੍ਰਮ 'ਚ ਆਉਣਾ ਤਾਂ ਕਿਸ ਤਰ੍ਹਾਂ ਆਉਣਾ। ਮੈਂ ਇੱਕ ਵਾਰ ਫਿਰ ਤੁਹਾਨੂੰ ਡਰਾ ਕਰਕੇ ਦੱਸ ਰਿਹਾ, ਧਿਆਨ ਨਾਲ ਦੇਖਿਓ। ਇਹਦਾ ਮਤਲਬ ਇਹ ਹੈ ਜਦੋਂ ਆਪਾਂ ਵੱਧਦੇ ਕ੍ਰਮ 'ਚ ਲਿਖਣਾ ਤਾਂ ਆਪਾਂ ਇਸ ਤਰ੍ਹਾਂ ਉੱਪਰ ਨੂੰ ਜਾਣਾ, ਘਟਦੇ ਕ੍ਰਮ 'ਚ ਲਿਖਣਾ ਤਾਂ ਆਪਾਂ ਇਸ ਤਰ੍ਹਾਂ ਥੱਲੇ ਨੂੰ ਆਉਣਾ ਹੈ। ਠੀਕ ਹੈ। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਜਦੋਂ
ਆਪਾਂ ਵੱਧਦੇ ਕ੍ਰਮ 'ਚ ਲਿਖਣਾ ਤਾਂ ਆਪਾਂ ਉੱਪਰ ਵੱਲ ਨੂੰ ਜਾਣਾ, ਜਦੋਂ ਘਟਦੇ ਕ੍ਰਮ 'ਚ ਲਿਖਣਾ ਤੇ ਆਪਾਂ ਹੇਠਾਂ ਵੱਲ ਨੂੰ ਸਲਾਈਡ ਕਰ ਜਾਣੀ ਹੈ। ਸਮਝ ਲੱਗ ਗਈ ਨਾ। ਸੋ ਚਲੋ ਦੇਖੀਏ ਅਲਮਾਰੀ ਦਾ ਮੁੱਲ ਕਿੰਨਾ ਹੈ ਦੇਖਦੇ ਹਾਂ। ਪਹਿਲਾਂ 6865 मतलब 1000वें स्थान पे 6 है, 6000 है। आप इसनूं याद रखना है। सोफ़ा सैट की कीमत जी है वो 2865 है, 1000वें स्थान पर 2000 है, ये याद रखना है। पहले च आपां 6000 याद रखा सी, दूजी 2000 याद रखा सी। उस तो अगे टेबल है, मेज़ है, उसकी कीमत भी 2000 है। सोफे की और टेबल की सेम लग रही है, आपां फिर कड्डांगे किस तरह की है। उस तो बाद बैड है, ये भी 6000 है, यानी कि बैड और अलमारी जी है इन्हां दी कीमत सब तो ज़्यादा है। सो इन्हां च दोवां चों देखना है कि किहदी कीमत ज़्यादा है। हुण आपां 1000 वाला स्थान देख लिया सी, 6000 आ रहा दोनों विच। हुण आपां देखांगे सैकड़े वाला स्थान। सैकड़े वाले स्थान ते देखांगे कि दोनों विच किहड़ा वड्डा है। वो अलमारी दा वड्डा है। इहदा मतलब ये होया कि सब तो वड्डा अंक अलमारी है। आपां इसनूं 1 नंबर दे दिंदे हां, ठीक है। तो 2 नंबर फिर किहड़ा होया जिहड़ा इस तो थल्ले आ गया। हुण आपां अगले 2 नंबरां चों वेखना है कि तीसरा स्थान किहनूं मिलेगा। सो आपां देखना है तीसरा स्थान किहनूं मिलदा है। 2000 दोनों विच है, 1000वें स्थान ते। हुण आपां सैकड़ा स्थान देखना है तो सोफा सैट की कीमत ज़्यादा है क्योंकि उत्थे 8 सैकड़े आ रहे हैं। सो ये 3 स्थान पर आ जाएगा और मेज़ जिहड़ा है वो चौथे स्थान पर आ जाएगा। हुण आपां इसनूं घटदे क्रम 'च लिखना है, आपां वधदे क्रम 'च लिखिया है तो घटदे क्रम 'च अपने आप ही हो गया। घटदे क्रम 'च लिखांगे तो यह पहले स्थान पर आ जाएगा, यह दूसरे स्थान पर आ जाएगा, यह तीसरे स्थान पर आ जाएगा तो अलमीरा जी है चौथे स्थान पर आ जाएगी। सो उन्हें पूछा कि प्रश्न के आप हम इत्थे चलीए। सब तो अखीर किस वस्तु का मुल है। जो आप घटदे क्रम 'च हुण लिख लिया तो सब तो अखीर विच किहड़ा आया दसो। चौथा नंबर किहदा आया, शाबाश, चौथा नंबर साढ़े को आ गया सॉरी आप पहला ही इसनूं जिहड़ा है माफ़ करना बच्चों, आप पहला ही इसनूं जिहड़ा है वो घटदे क्रम 'च लिख लिया है क्योंकि आप अलमारी की कीमत पहलों लभी सी। सो वही रहेगा। तो सब तो जिहड़ा है अखीर विच जिहड़ा है वो घटदे क्रम 'च टेबल ही आएगा क्योंकि चौथे नंबर पर टेबल ही आ रहा सीगा। ठीक है बच्चों। सो इसका आंसर की हो जाएगा टेबल हो जाएगा। ठीक है। आप इसनूं वधदे क्रम 'च नहीं सी लभ्या, घटदे क्रम 'च ही लभ्या सी, इस करके इसदा आंसर अखीर ते उन्होंने तो पूछा सी चौथे नंबर पर कौन आएगा तो टेबल ही आएगा क्योंकि अखीर के उत्ते टेबल ही आ रहा है चौथे नंबर पर। सो प्रश्न नंबर चौथा देखते हैं। हेठ दित्तियां डब्बियां विच कुछ संख्यावां रोमन अंक विच लिखियां गईयां हन। तुसीं रोमन अंक पढ़े ना बच्चों। इन्हां विच एक संख्या सही नहीं लिखी गई, गलत संख्या चुनो। चलो लभदे हैं। सानू सारिਆਂ ਨੂੰ पता है कि 3x आप लिख सकते हैं, 3x तक आप लिख सकते हैं। ये बन गया 30, ये बिल्कुल सही है। फिर आप 10 ਦੇ ਵਿੱਚ 6 जोड़ सकते हैं, ठीक है, ये भी सही है। इस तो अगे 10 ਵਿੱਚ आप 4 भी जोड़ सकते हैं, ये भी सही है। लेकिन आप 5 ਵਿੱਚ अगे 9 नहीं जोड़ सकते, ठीक है। 5 ਦੇ अगे 9 नहीं आएगा, इस करके ये गलत हो जाएगा, ठीक है। इन्हों आप क्रॉस लगा देंगे। प्रश्न नंबर 5, संख्या 8632 ਨੂੰ ਕਿਹੜਾ ਗਿਣਤਾਰਾ दिखा रहा है। ਆਪਾਂ ਗਿਣਤਾਰਾ भी बड़े विस्तार ਨਾਲ ਕੀਤਾ ਸੀ ਬੱਚਿਓ, ਤੁਹਾਨੂੰ याद होएगा। चलो देखते हैं ਕਿਹੜੀ संख्या बनती है ਇਹਦੇ ਨਾਲ। ਆਪਾਂ ਨੂੰ 1000वें स्थान ਤੇ 8 ਚਾਹੀਦਾ है। देखो 8 मोती कित्थे बनते हैं। ਇੱਥੇ 8 मोती बन रहे हैं, मैं गिन लेने, तुसीं भी गिन सकते हो अपनी बुक के उपर, वर्कशीट के उपर, बुक उपर अपनी गिन लो। 8 मोती बनते हैं। उस तो बाद है 600
ਸੈਂਕੜੇ ਵਾਲੇ ਸਥਾਨ ਤੇ 6 ਮੋਤੀ ਹੋਣੇ ਚਾਹੀਦੇ ਨੇ। ਦੇਖੋ ਮੈਂ ਗਿਣ ਲਿਆ ਹੈ 6 ਮੋਤੀ ਹਨ। ਉਸ ਤੋਂ ਅੱਗੇ ਦਹਾਈ ਵਿੱਚ 3 ਮੋਤੀ ਹੋਣੇ ਚਾਹੀਦੇ ਨੇ, ਉਹ ਵੀ ਸਹੀ ਹੈ। ਔਰ ਇਕਾਈਆਂ 2 ਹੋਣੀਆਂ ਚਾਹੀਦੀਆਂ ਨੇ। ਸੋ ਇਹ ਬਿਲਕੁਲ ਸਹੀ ਹੈ, ਪਹਿਲਾ ਹੀ ਉੱਤਰ ਸਾਨੂੰ ਸਹੀ ਮਿਲ ਗਿਆ। ਸੋ ਪੰਜਵੇਂ ਦਾ ਪਹਿਲਾ ਹੀ ਉੱਤਰ ਸਹੀ ਹੈ। ਪ੍ਰਸ਼ਨ ਨੰਬਰ 6 ਬੇਟਾ ਧਿਆਨ ਨਾਲ ਪੜ੍ਹੋ। ਪਹਿਲਾਂ ਗੋਦਾਮ ਵਿੱਚੋਂ ਇੱਕ ਟਰੱਕ ਵਿੱਚ 2435 ਕਿਲੋਗ੍ਰਾਮ ਕਣਕ ਅਤੇ ਦੂਸਰੇ ਟਰੱਕ ਵਿੱਚ 2069 ਕਿਲੋਗ੍ਰਾਮ ਕਣਕ ਭਰ ਕੇ ਸ਼ਹਿਰ ਦੀਆਂ ਵੱਖ-ਵੱਖ ਦੁਕਾਨਾਂ 'ਤੇ ਭੇਜੀ ਗਈ। ਪਤਾ ਕਰੋ ਗੋਦਾਮ ਵਿੱਚੋਂ ਕਿੰਨੀ ਕਣਕ ਭੇਜੀ ਗਈ। ਆਪਾਂ ਸਿੰਪਲ ਇਹਨਾਂ ਦੋਵਾਂ ਨੂੰ ਜੋੜ ਦੇਣਾ ਬੇਟਾ। ਦੋਵਾਂ ਨੂੰ ਜੋੜਾਂਗੇ ਤੇ ਕਿੰਨਾ ਆਨਸਰ ਆ ਜਾਏਗਾ। ਚਲੋ ਜੋੜਨ ਦੀ ਕੋਸ਼ਿਸ਼ ਕਰਦੇ ਹਾਂ। ਤੁਸੀਂ ਵੀ ਨਾਲ ਨਾਲ ਜੋੜ ਕਰੋ। ਚਾਰ 4504 ਕਿਲੋਗ੍ਰਾਮ ਬਣ ਗਿਆ। ਦੇਖੋ ਕਿਤੇ ਆਨਸਰ ਵਿੱਚ ਹੈਗਾ। ਹਾਂ ਬਿਲਕੁਲ ਹੈਗਾ, ਅਸੀਂ ਲੱਭ ਲਿਆ। ਇਹ ਆ ਰਿਹਾ ਆਨਸਰ। ਠੀਕ ਹੈ, ਤੁਸੀਂ ਵੀ ਜੋੜ ਕਰਕੇ ਬੜੇ ਧਿਆਨ ਨਾਲ ਆਨਸਰ ਇਹਦਾ ਲਗਾ ਸਕਦੇ ਹੋ। ਅਗਲੇ ਪ੍ਰਸ਼ਨ ਤੇ ਚੱਲਦੇ ਹਾਂ ਬੇਟਾ। ਪ੍ਰਸ਼ਨ ਨੰਬਰ 7 ਮੇਰੇ ਪਿਤਾ ਜੀ ਨੇ ਅਗਸਤ ਮਹੀਨੇ ਵਿੱਚ 5870 ਰੁਪਏ, ਸਤੰਬਰ ਮਹੀਨੇ ਵਿੱਚ 6999 ਰੁਪਏ ਬੈਂਕ ਵਿੱਚ ਜਮ੍ਹਾਂ ਕਰਵਾਏ। ਉਹਨਾਂ ਨੇ ਕਿੰਨੇ ਰੁਪਏ ਬੈਂਕ ਵਿੱਚ ਜਮ੍ਹਾਂ ਕਰਾਏ? ਇਸ ਨੂੰ ਵੀ ਆਪਾਂ ਜੋੜਨਾ ਹੈ। ਠੀਕ ਹੈ, ਫਿਰ ਤੋਂ ਜੋੜਦੇ ਹਾਂ। ਤੁਸੀਂ ਵੀ ਬੇਟਾ ਨਾਲ ਨਾਲ ਜੋੜਨੇ ਹਨ। ਟੋਟਲ ਰਕਮ ਸਾਡੇ ਕੋਲ ਬਣ ਗਈ 12859। ਸੌਰੀ 59, 12859। ਦੇਖੀਏ ਆਨਸਰ ਹੈਗਾ ਬਿਲਕੁਲ ਹੈਗਾ, ਅਸੀਂ ਲੱਭ ਲਿਆ। ਤੁਸੀਂ ਬਿਲਕੁਲ ਜੋੜ ਕਰੋ, ਨਾਲ ਨਾਲ ਜੋੜ ਕਰਕੇ ਉਸ ਤੋਂ ਬਾਅਦ ਨਿਸ਼ਾਨੀ ਲਾਉਣੀ ਹੈ। ਠੀਕ ਹੈ, ਅਗਰ ਜੋੜ ਦੇਖਣਾ ਚਾਹੁੰਦੇ ਹੋ ਤਾਂ ਵੀਡੀਓ ਨੂੰ ਤੁਸੀਂ ਥੋੜ੍ਹਾ ਜਿਹਾ ਬੈਕ ਕਰਕੇ ਦੇਖ ਸਕਦੇ ਹੋ। ਅੱਗੇ ਚੱਲਦੇ ਹਾਂ ਨੈਕਸਟ ਕੁਐਸਚਨ ਦੇ ਉੱਪਰ ਬੇਟਾ। ਸਾਰੇ ਬੱਚੇ ਅਟੈਂਟਿਵ ਹੋ ਕੇ ਕਰਿਆ ਕਰੋ ਤਾਂ ਕਿ ਤੁਹਾਨੂੰ ਕੋਈ ਵੀ ਜਿਹੜਾ ਇੱਥੇ ਕੁਐਸਚਨ ਕਰਾਇਆ ਜਾ ਰਿਹਾ ਹੈ ਭੁੱਲੇ ਨਾ। ਠੀਕ ਹੈ, ਮਕਸਦ ਵੀ ਇਹੋ ਹੀ ਹੈ ਕਿ ਤੁਹਾਨੂੰ ਪ੍ਰੈਕਟਿਸ ਹੋ ਜਾਏ, ਅਭਿਆਸ ਹੋ ਜਾਏ। ਸੰਖਿਆ ਉੱਪਰ ਕਿਰਿਆਵਾਂ ਜਿਹੜਾ ਆਪਾਂ ਪਾਠ ਕਰ ਰਹੇ ਹਾਂ ਲਗਾਤਾਰ, ਉਸ ਦੀ ਅਭਿਆਸ ਤੁਹਾਨੂੰ ਲਗਾਤਾਰ ਹੋ ਜਾਵੇ। ਸੋ ਚਲੋ ਅੱਗੇ ਪ੍ਰਸ਼ਨ 'ਤੇ ਚੱਲਦੇ ਹਾਂ। ਅਸ਼ੋਕ ਕੋਲ 430 ਗੁਬਾਰੇ ਸਨ। ਉਸਨੇ 210 ਗੁਬਾਰੇ ਸਕੂਲ ਵਿੱਚ ਬੱਚਿਆਂ ਨੂੰ ਵੰਡ ਦਿੱਤੇ। ਉਸ ਕੋਲ ਕਿੰਨੇ ਗੁਬਾਰੇ ਰਹਿ ਗਏ? ਹੁਣ ਇਸ ਤੋਂ ਆਪਾਂ ਕੀ ਕਰਨਾ ਹੈ? ਘਟਾਓ ਕਰਨੀ ਹੈ। ਬੜੀ ਸਿੰਪਲ ਹੈ, ਚਲੋ ਕਰੀਏ। ਤੁਸੀਂ ਮੇਰੇ ਨਾਲ ਨਾਲ ਕਰਨੀ ਹੈ। ਆਪਣੀਆਂ ਕਾਪੀਆਂ ਦੇ ਉੱਪਰ, ਰਫ ਕਾਪੀਆਂ ਦੇ ਉੱਪਰ ਕਰੋ ਆਨਸਰ, ਫਿਰ ਇਸ 'ਤੇ ਟਿਕ ਕਰਿਓ। ਕਰਨ ਤੋਂ ਬਾਅਦ ਉਸ ਕੋਲ ਬਾਕੀ ਗੁਬਾਰੇ ਕਿੰਨੇ ਬਚ ਗਏ? 220 ਗੁਬਾਰੇ। ਅਸੀਂ ਮਾਈਨਸ ਕਰਨ ਤੋਂ ਬਾਅਦ, ਘਟਾਓ ਕਰਨ ਤੋਂ ਬਾਅਦ 220 ਗੁਬਾਰੇ ਬਚਾਏ। ਇਹਦਾ ਆਨਸਰ ਲੱਭੀਏ। ਇਹਦਾ ਆਨਸਰ ਆ ਗਿਆ। 9ਵਾਂ ਪ੍ਰਸ਼ਨ ਅਗਲਾ ਚੱਲਦੇ ਹਾਂ। ਇੱਕ ਸਾਈਕਲ ਦਾ ਮੁੱਲ 7000 ਰੁਪਏ ਹੈ। ਧਿਆਨ ਨਾਲ ਪੜ੍ਹਿਆ ਕਰੋ ਸਟੇਟਮੈਂਟ ਨੂੰ ਬੇਟਾ। ਜਿਹੜੇ ਪ੍ਰੋਬਲਮ ਸਮ ਹੁੰਦੇ ਆ, ਔਖੇ ਸਮ ਹੁੰਦੇ, ਇਹਦੀ ਆਪਾਂ ਸਟੇਟਮੈਂਟ ਜਿਹੜੀ ਹੈ, ਜਿਹੜਾ ਵਾਕ ਦਿੱਤੇ ਹੋਏ ਧਿਆਨ ਨਾਲ ਪੜ੍ਹਨੇ ਹੁੰਦੇ ਆ। ਇੱਕ ਸਾਈਕਲ ਦਾ ਮੁੱਲ 7000 ਰੁਪਏ ਹੈ। ਦੁਕਾਨਦਾਰ ਨੂੰ
ਡੈਸ਼ ਸਾਈਕਲ ਖਰੀਦਣ ਲਈ ਕਿੰਨੇ ਰੁਪਏ ਚਾਹੀਦੇ ਹਨ। ਇੱਕ ਸਾਈਕਲ ਦਾ ਮੁੱਲ 7000 ਹੈ। ਅੱਗੇ ਆਪਾਂ ਸਾਈਕਲ ਗਿਣਨੇ ਨੇ, ਕਿੰਨੇ ਸਾਈਕਲ ਨੇ, ਉਹਨਾਂ ਸਾਈਕਲਾਂ ਨਾਲ ਅਸੀਂ ਗੁਣਾ ਕਰ ਦਾਂਗੇ ਤੇ ਸਾਨੂੰ ਸਾਈਕਲਾਂ ਦੀ ਕੀਮਤ ਮਿਲ ਜੇਗੀ, ਕਿਉਂਕਿ ਇੱਕ ਸਾਈਕਲ ਦੀ ਕੀਮਤ 7000 ਹੈ। ਸਾਈਕਲ ਗਿਣੀਏ, ਕਿੰਨੇ ਦੀ ਕੀਮਤ ਪਤਾ ਕਰਨੀ ਹੈ। 1 2 3 4 5 6 7 8 9। ਸੋ ਸਾਈਕਲ ਕਿੰਨੇ ਨੇ, 9। ਇੱਕ ਸਾਈਕਲ ਦੀ ਕੀਮਤ 7000 ਹੈ ਤੇ ਆਪਾਂ 9 ਸਾਈਕਲਾਂ ਦੀ ਕੀਮਤ ਕਿੰਨੀ ਹੋਏਗੀ, ਕਿੱਦਾਂ ਪਤਾ ਕਰਦੇ ਹਾਂ। ਇੱਕ ਸਾਈਕਲ ਦੀ ਕੀਮਤ ਕਿੰਨੀ ਹੈ, 7000 ਰੁਪਏ, ਤੇ 9 ਸਾਈਕਲਾਂ ਦੀ ਕੀਮਤ ਕਿੰਨੀ ਹੋਏਗੀ, 9 ਗੁਣਾ 7000। ਠੀਕ ਹੈ, ਤੇ ਆਪਾਂ ਇਹਨੂੰ ਕੱਢ ਲਾਂਗੇ। ਇਹਦਾ ਸਿੰਪਲ ਤੁਹਾਨੂੰ ਮੈਂ ਫਾਰਮੂਲਾ ਵੀ ਦੱਸਿਆ ਸੀ ਕਿ ਜ਼ੀਰੋਆਂ ਵਾਲਾ ਸਵਾਲ ਆ ਜੇ, ਇੱਕ ਸਿੰਗਲ ਇਕਹਿਰੀ ਸੰਖਿਆ ਨਾਲ ਅਸੀਂ ਗੁਣਾ ਕਰਨਾ ਹੋਵੇ ਤਾਂ ਕਿਸ ਤਰ੍ਹਾਂ ਕਰਾਂਗੇ। ਪਹਿਲਾਂ ਸੰਖਿਆ ਨੂੰ ਸੰਖਿਆ ਨਾਲ ਗੁਣਾ ਕਰ ਲਾਂਗੇ। 9 7 ਪਹਾੜਾ ਪੜਾਂਗੇ, 9 7 ਆ ਜਾਏਗਾ 63। ਬਾਕੀ ਮਗਰ ਜਿੰਨੀਆਂ ਵੀ ਜ਼ੀਰੋ ਬਚੀਆਂ ਉਸੇ ਤਰ੍ਹਾਂ ਹੀ ਲਾ ਦਾਂਗੇ। 3 ਜ਼ੀਰੋ ਬਚੀਆਂ ਸੀ, ਇਹਦਾ ਆਂਸਰ ਆ ਜਾਏਗਾ 63000 ਰੁਪਏ। 9 ਸਾਈਕਲਾਂ ਦੀ ਕੀਮਤ ਕਿੰਨੀ ਹੋਗੀ, 63000 ਰੁਪਏ। ਸੋ ਇਹ ਦਾ ਆਂਸਰ ਆ ਗਿਆ। ਠੀਕ ਹੈ ਬੇਟਾ, ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਬੇਟਾ ਨਾਲ ਨਾਲ ਕਰੀ ਜਾਇਓ, ਜ਼ਰੂਰੀ ਹੈ, ਸਮਝਣਾ ਵੀ ਹੈ, ਕਰਨਾ ਵੀ ਹੈ। ਰਵੀ ਕੋਲ 140 ਪੈਨਸਲਾਂ ਹਨ। ਉਹਨਾਂ ਨੇ ਇਹਨਾਂ ਦੇ 14 ਪੈਕਟ ਬਣਾਏ। ਠੀਕ ਹੈ, 140 ਦੇ 14 ਪੈਕਟ ਬਣਾ ਲਏ। ਉਸ ਨੂੰ ਦੱਸੋ ਕਿ ਉਹ ਇੱਕ ਪੈਕਟ ਵਿੱਚ ਕਿੰਨੀਆਂ ਪੈਨਸਲਾਂ ਪਾਵੇ। ਮੈਂ ਤੁਹਾਨੂੰ ਇਹ ਵੀ ਦੱਸਿਆ ਸੀ, ਤੁਹਾਨੂੰ ਯਾਦ ਹੋਏਗਾ ਕਿ ਜੇ ਇੱਕ ਚੀਜ਼ ਦੇ ਕੇ ਜ਼ਿਆਦੀਆਂ ਚੀਜ਼ਾਂ ਪੁੱਛ ਲਈਆਂ ਗਈਆਂ ਹੋਣ, ਇੱਕ ਕੀਮਤ ਦੇ ਕੇ ਜ਼ਿਆਦਾ ਚੀਜ਼ਾਂ ਦੀਆਂ ਕੀਮਤਾਂ ਪੁੱਛ ਲਈਆਂ ਗਈਆਂ ਹੋਣ ਤਾਂ ਗੁਣਾ ਹੁੰਦਾ ਹੈ, ਮਲਟੀਪਲਾਈ ਹੁੰਦਾ ਹੈ। ਜੇ ਜ਼ਿਆਦੀਆਂ ਸੰਖਿਆਵਾਂ ਦੇ ਕੇ ਇੱਕ ਸੰਖਿਆ ਦਾ ਮੁੱਲ ਪੁੱਛ ਲਿਆ ਹੋਵੇ ਤਾਂ ਉਹ ਭਾਗ ਹੁੰਦਾ ਹੈ। ਤਾਂ ਇੱਥੇ ਹੀ ਭਾਗ ਕਰਾਂਗੇ। ਠੀਕ ਹੈ, ਕਿਸ ਤਰ੍ਹਾਂ ਕਰਾਂਗੇ ਆਓ ਵੇਖੀਏ। ਇੱਕ ਪੈਕਟ ਵਿੱਚ ਜਿਹੜਾ ਹੈ ਕਿੰਨੀਆਂ ਪੈਨਸਲਾਂ ਆਉਂਦੀਆਂ, ਇਹ ਆਪਾਂ ਪਤਾ ਕਰਨਾ ਹੈ। ਆਪਾਂ ਕੋਲ ਜਿਹੜੇ ਹੈ 14 ਪੈਕਟ 'ਚ ਇਹਨੂੰ ਬਰਾਬਰ ਵੰਡਣੀਆਂ ਨੇ। ਠੀਕ ਹੈ, ਸੋ 14 ਪੈਕਟਾਂ 'ਚ ਕਿੰਨੀਆਂ ਆਉਣਗੀਆਂ, ਆਪਾਂ ਇਹ ਦੇਖਣਾ ਹੈ ਟੋਟਲ ਪੈਨਸਲਾਂ ਕਿੰਨੀਆਂ ਨੇ, ਇਹ ਪਤਾ ਕਰਾਂਗੇ। ਇਹ ਸਾਨੂੰ ਦਿੱਤਾ ਹੋਇਆ ਹੈ। ਪੈਕਟ ਕਿੰਨੇ ਬਣਾਉਣੇ ਨੇ, ਠੀਕ ਹੈ, 14 ਪੈਕਟ ਬਣਾਉਣੇ ਆਪਾਂ। ਸੋ ਹੁਣ ਇੱਥੇ ਆਪਾਂ ਕੀ ਕਰਾਂਗੇ, ਆਪਾਂ ਕਰਾਂਗੇ ਇੱਕ ਪੈਕਟ ਵਿੱਚ ਕਿੰਨੀਆਂ ਪੈਨਸਲਾਂ ਆਉਣਗੀਆਂ। एक 140 पैकेट तकसीम 14। जो 14 ਨਾਲ तकसीम कर ਲਾਂਗੇ तो साढ़े को आंसर आ जाएगा। तुम भाग करके वेख सकते हो, साढ़े को भाग आएगा 10। तो आप पहाड़ा भी पढ़ सकते हैं, टेबल पढ़ सकते हैं। 14 का 140। सो इसका मतलब है कि साढ़े को कितने पैकेट चाहिए, 10 पैकेट चाहिए। सो देखिए 10 आंसर है कितने, यह 10 आंसर साढ़े को आ गया। ठीक है बच्चे, अगे चलते हैं। प्रश्न नंबर 11 दसो की आंदे। अद्धा खा लैन तो बाद रमन कोल की बचा। बेटा आप गोल बिस्कुट अद्धा खा लें तो बाकी अद्धा ही बचना है। ठीक है, तो आप आंसर सिंपल दे देंगे ਇਹਦਾ। ठीक है बेटा, नैक्सट क्वेश्चन। ਹੇਠ ਦਿੱਤੇ ਚਿੱਤਰਾਂ ਨੂੰ ਵੇਖ ਕੇ ਦੱਸੋ ਕਿ ਕਿਹੜਾ ਚਿੱਤਰ 3/4 ਰੰਗੇ ਭਾਗ ਦੀ
ਪਿੰਨ ਦਰਸਾ ਰਿਹਾ ਹੈ। 3/4 ਕਿੰਨਾ ਹੁੰਦਾ ਬੇਟਾ? ਤੁਹਾਨੂੰ ਮੈਂ ਦੱਸਿਆ ਸੀ ਕਿ ਥੱਲੜੇ ਜਿਹੜੇ ਆ ਟੋਟਲ ਭਾਗ ਨੇ, ਉੱਪਰ ਜਿਹੜੇ ਆ ਉੱਚੋਂ ਕੱਢੇ ਗਏ ਭਾਗ ਨੇ। ਹੁਣ ਟੋਟਲ ਭਾਗ ਕਿੰਨੇ ਨੇ? 4 ਤੇ ਰੰਗੇ ਗਏ ਭਾਗ ਕਿੰਨੇ ਨੇ? 3। ਹੁਣ ਆਪਾਂ ਵੇਖੀਏ 4 ਭਾਗ ਕਿਹਦੇ ਵਿੱਚ ਆ? ਇਹਦੇ ਵਿੱਚ ਵੀ ਹੈਗੇ ਆ, ਇਹਦੇ ਵਿੱਚ ਵੀ ਆ। ਦੋਵਾਂ 'ਚ 4-4 ਭਾਗ ਹੈਗੇ ਆ। ਬਾਕੀਆਂ 'ਚ 2 ਤੇ 3 ਹੈ। ਇਹ 'ਚ 2 ਹੈ, ਇਹ 'ਚ 3 ਹੈ। ਇਹ ਨਹੀਂ ਆਉਣੇ। ਆਪਾਂ 3/4 ਕੱਢਣਾ। ਚੌਂ 'ਚੋਂ 3 ਰੰਗੇ ਹੋਣੇ ਚਾਹੀਦੇ ਨੇ। ਸੋ ਚੌਂ 'ਚੋਂ 3 ਕਿਹੜੇ ਰੰਗੇ ਨੇ ਆਪਾਂ ਦੇਖਦੇ ਹਾਂ। ਇਹ ਰੰਗੇ ਹੋਏ 1 2 3 4, ਚੌਂ 'ਚੋਂ 3 ਜਿਹੜੇ ਨੇ ਉਹ ਰੰਗੇ ਹੋਏ ਨੇ। ਠੀਕ ਹੈ। ਅਗਲਾ ਕੁਐਸਚਨ, ਦਿੱਤੀ ਹੋਈ ਕਿਸ ਪਤੰਗ ਦੇ 1/4 ਭਾਗ ਵਿੱਚ ਨੀਲਾ ਰੰਗ ਭਰਿਆ ਹੋਇਆ ਹੈ? ਉਸੇ ਤਰ੍ਹਾਂ ਹੀ ਟੋਟਲ ਭਾਗ ਕਿੰਨੇ ਨੇ? 4, ਉਹਨਾਂ 'ਚੋਂ 1 ਭਾਗ ਨੀਲਾ ਹੋਣਾ ਚਾਹੀਦਾ ਹੈ। ਸੋ 4 ਭਾਗ ਲੱਭੀਏ ਕਿੱਥੇ ਨੇ? ਇਹਦੇ ਵਿੱਚ ਵੀ ਨੇ, ਇਹਦੇ ਵਿੱਚ ਵੀ ਨੇ, ਤੇ ਇਹਦੇ ਵਿੱਚ ਵੀ ਨੇ, ਤੇ ਇਹਦੇ ਵਿੱਚ ਵੀ ਨੇ। ਪਰ ਆਪਾਂ ਨੂੰ 1 ਭਾਗ ਰੰਗਿਆ ਹੋਣਾ ਚਾਹੀਦਾ, ਨੀਲਾ ਹੋਣਾ ਚਾਹੀਦਾ। ਤਾਂ ਉਹ ਕਿਹੜਾ? ਇਹ ਜਿਹੜਾ। ਸੋ ਆਨਸਰ ਸਾਡਾ ਪਹਿਲਾ ਹੀ ਆ ਜਾਏਗਾ। ਕੁਐਸਚਨ ਨੰਬਰ 14, ਇੱਕ ਆਇਤਕਾਰ ਖੇਤ ਵਿੱਚ ਬਰਾਬਰ ਹਿੱਸਿਆਂ ਵਿੱਚ ਆਲੂ, ਮਟਰ, ਗੋਭੀ ਅਤੇ ਗਾਜਰਾਂ ਬੀਜੇ ਗਏ ਹਨ। ਦੱਸੋ ਕਿ ਖੇਤ ਦੇ ਕਿੰਨਵੇਂ ਹਿੱਸੇ ਵਿੱਚ ਮਟਰ ਬੀਜੇ ਗਏ ਹਨ? ਸੋ ਇਹਨੂੰ 4 ਭਾਗਾਂ 'ਚ ਵੰਡਿਆ ਦੇਖੋ, ਤੇ ਹਰ ਇੱਕ ਭਾਗ ਬਰਾਬਰ ਹੈ ਨਾ। ਇਹ ਚੌਵੇਂ ਭਾਗ ਬਰਾਬਰ ਨੇ। ਸੋ ਇਹਨੂੰ ਆਪਾਂ ਕਿੱਦਾਂ ਲਿਖਦੇ ਹਾਂ? ਟੋਟਲ ਭਾਗ ਕਿੰਨੇ ਨੇ? 4, ਤੇ ਮਟਰ ਕਿੰਨਵੇਂ ਭਾਗ 'ਚ ਆ? 1 ਭਾਗ ਵਿੱਚ। ਤੇ ਆਪਾਂ ਨੂੰ ਕੀ ਲਿਖਾਂਗੇ? 1/4, 1/4। ਇਹਨੂੰ 1/4 ਆਪਾਂ ਕਹਿੰਦੇ ਹਾਂ। ਅਗਲਾ ਪ੍ਰਸ਼ਨ, ਤਸਵੀਰ ਵਿੱਚ 2 ਦਰਵਾਜ਼ਿਆਂ ਦੇ ਕੁਝ ਹਿੱਸਿਆਂ ਵਿੱਚ ਰੰਗ ਕੀਤਾ ਗਿਆ ਹੈ। ਦੋਨੋਂ ਦਰਵਾਜ਼ੇ ਕਿਹੜੀਆਂ ਭਿੰਨਾਂ ਨੂੰ ਦਰਸਾਉਂਦੇ ਹਨ? ਚਲੋ ਲੱਭੀਏ। ਸੌਖਾ ਹੀ ਹੈ ਬੇਟਾ ਇਹ ਵੀ। ਪਹਿਲੀ ਭਿੰਨ ਵੇਖਦੇ ਹਾਂ। ਟੋਟਲ ਹਿੱਸੇ 2 ਨੇ, ਉਹਨਾਂ 'ਚੋਂ 1 ਰੰਗਿਆ ਹੋਇਆ ਹੈ। ਟੋਟਲ ਹਿੱਸੇ 4 ਨੇ। ਇਹਦੀ ਗੱਲ ਕਰ ਰਿਹਾ। ਇਹਨਾਂ 'ਚੋਂ ਕਿੰਨੇ ਰੰਗੇ ਹੋਏ ਨੇ? 1 ਰੰਗਿਆ ਹੋਇਆ। ਠੀਕ ਹੈ। ਸੋ ਪਹਿਲੇ ਦਾ ਉੱਤਰ 1/2, ਦੂਸਰੇ ਦਾ 1/4। ਤਾਂ ਆਨਸਰ ਦੇਖੀਏ ਕਿੱਥੇ ਹੈ। ਇਹ ਰਿਹਾ ਆਨਸਰ। ਠੀਕ ਹੈ। ਬੜਾ ਸਿੰਪਲ ਤੇ ਸੌਖੇ ਸਵਾਲ ਨੇ, ਤੁਹਾਨੂੰ ਕਰਾਏ ਹੋਏ ਆ। ਸਵਾਲ ਨੰਬਰ 16, ਦਿੱਤੇ ਗਏ ਚਿੱਤਰਾਂ ਵਿੱਚੋਂ ਕਿਹੜੇ 2 ਚਿੱਤਰ ਬਰਾਬਰ ਰੰਗੇ ਭਾਗ ਦੀ ਭਿੰਨ ਦਰਸਾ ਰਹੇ ਹਨ? ਮਤਲਬ ਉਹਨਾਂ 'ਚ ਬਰਾਬਰ ਹੋਣ। ਬਰਾਬਰ ਮੀਨਸ ਕਿ ਅੱਧੇ ਹੋਣ। ਠੀਕ ਹੈ। ਸੋ ਦੇਖੀਏ, ਪਹਿਲੇ ਊੜੇ ਦੇ ਵਿੱਚ ਜਿਹੜਾ ਹੈ ਟੋਟਲ 4 ਨੇ, ਪਰ ਉਹਨਾਂ 'ਚੋਂ 1 ਰੰਗਿਆ 1/4 ਹੈ। ਇਹ ਗਲਤ ਆ। ਦੂਸਰੇ 'ਚ ਥੱਲੇ 3 ਹੈ, ਉਹਨਾਂ 'ਚੋਂ 1 ਭਾਗ ਹੈ। ਇਹ ਬਰਾਬਰ ਨਹੀਂ ਹੈ। ਦੂਸਰੇ 'ਚ ਦੇਖੀਏ, ਟੋਟਲ 3 ਨੇ, 2 ਲਾਲ ਨੇ। ਟੋਟਲ 3 ਨੇ, 2 ਲਾਲ ਨੇ। ਇਹ ਮੈਨੂੰ ਲੱਗਦਾ ਹੈ ਕਿ ਬਰਾਬਰ ਨੇ, 2/2/3। ਠੀਕ ਹੈ। ਸੋ ਇਹੀ ਆਨਸਰ ਹੈ ਦੂਸਰਾ। ਇਹਦੇ 'ਚ ਬਰਾਬਰ ਨੇ, ਬਾਕੀ ਦੇਖਣ ਦੀ ਲੋੜ ਹੀ ਨਹੀਂ ਸਾਨੂੰ। ਠੀਕ ਹੈ। 17ਵਾਂ ਨੰਬਰ, ਭਿੰਨਾਤਮਕ ਸੰਖਿਆਵਾਂ ਭਿੰਨਾਤਮਕ ਸੰਖਿਆ 3/4 ਦਾ ਸ਼ਾਬਦਿਕ ਰੂਪ ਕੀ ਹੋਵੇਗਾ? 3/4 ਨੂੰ ਆਪਾਂ ਕੀ ਕਹਿੰਦੇ ਆ? 3/4। ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਉੱਪਰ ਇਹਨੂੰ 3, ਥੱਲੇ ਨੂੰ 1/4। ਜੇ ਥੱਲੇ 2 ਆ ਤੇ 1 ਹੈ ਉੱਪਰ, ਤੇ 1/2 ਜਾਂ ਅੱਧਾ। 1/3 1/3, 2/4 2/4, ਇਸ ਤਰ੍ਹਾਂ। ਠੀਕ ਹੈ। ਇਹ ਆਪਾਂ ਕਰਾਂਗੇ 3/4। ਪ੍ਰਸ਼ਨ ਨੰਬਰ 18, ਰੰਗੇ ਭਾਗ ਦੀ ਭਿੰਨ ਦੱਸੋ। ਇਹਦੀ ਭਿੰਨ ਬਣਾਉਣੀ ਹੁਣ ਬੜੀ ਸੌਖੀ। ਉਸੇ ਤਰ੍ਹਾਂ ਹੀ ਟੋਟਲ ਭਾਗ ਵੇਖੋ ਕਿੰਨੇ ਆ? 1 2 3 4 5 6 7 8। ਟੋਟਲ ਭਾਗ ਕਿੰਨੇ ਨੇ? 8। ਇਹਨਾਂ 'ਚੋਂ ਲਾਲ ਭਾਗ ਕਿੰਨੇ ਨੇ? 1 2 3 4।
ठीक है, ਜਿਹੜੇ ਰੰਗੇ ਭਾਗ ਉੱਪਰ ਲਿਖ ਲਏ। ਹੁਣ ਆਪਾਂ ਇਹਨਾਂ ਨੂੰ ਥੋੜ੍ਹਾ ਜਿਹਾ ਛੋਟਾ ਕਰਾਂਗੇ ਭਾਗ ਨੂੰ, ਸਾਡੇ ਕੋਲ ਆਨਸਰ ਆ ਜਾਏਗਾ। ਪਹਾੜਾ ਪੜਾਂਗੇ 4 × 4, 4 दूनी 8। ਭਿੰਨ ਸਾਡੇ ਕੋਲ ਕਿੰਨੀ ਆ ਗਈ 1/2। ਵੇਖੀਏ 1/2 ਕਿੱਥੇ ਆ। ਇਹ ਸਾਡੇ ਕੋਲ ਆਨਸਰ ਆ ਗਿਆ। ਨੋਟ ਕਰ ਸਕਦੇ ਹੋ, ਵੀਡੀਓ ਨੂੰ ਪਿੱਛੇ ਕਰਕੇ ਵੀ ਦੇਖ ਸਕਦੇ ਹੋ, ਕਨਫਿਊਜ਼ ਹੋਣ ਦੀ ਲੋੜ ਨਹੀਂ। ਪ੍ਰਸ਼ਨ ਨੰਬਰ 19, ਹੇਠ ਦਿੱਤੇ ਚਿੱਤਰ ਨੂੰ ਧਿਆਨ ਨਾਲ ਦੇਖੋ ਅਤੇ ਇਹਨਾਂ ਬਿਨਾਂ ਰੰਗੇ ਭਾਗ ਦੀ ਸਹੀ ਪਿੰਨ ਚੁਣੋ। ਠੀਕ ਹੈ, ਇਹਦੀ ਸਹੀ ਪਿੰਨ ਕੀ ਬਣੇਗੀ। ਟੋਟਲ ਭਾਗ ਨੇ ਆਪਣੇ ਕੋਲ 6, 1 2 3 4 5 6। ਠੀਕ ਹੈ, ਹੁਣ ਆਪਾਂ ਰੰਗਣਾ ਨਹੀਂ ਹੈ। ਹੁਣ ਟੋਟਲ ਵੇਖੋ 4 ਭਾਗ ਜਿਹੜੇ ਨੇ ਉਹ ਰੰਗੇ ਨੇ। ਆਨਸਰ ਕੀ ਆਏਗਾ 2 दूनी 4, 2 3 6। ਆਨਸਰ ਆ ਜਾਏਗਾ 2/3। ਠੀਕ ਹੈ, ਕਿਉਂਕਿ ਇਹਨਾਂ ਨੇ ਕਿਹਾ ਕਿ ਇਹਨੂੰ ਕੱਟਣਾ ਨਹੀਂ ਹੈ, ਬਿਨਾਂ ਰੰਗੇ ਹੀ ਦੱਸਣਾ ਹੈ, ਘੱਟ ਨਹੀਂ ਕਰਨਾ। ਉਨਾ ਹੀ ਆ ਜਾਏਗਾ 4/6। ਆਪਾਂ ਇਹਨਾਂ ਨੂੰ ਕੱਟ ਕਰਨ ਦੀ ਲੋੜ ਨਹੀਂ, ਕਿਉਂਕਿ ਆਨਸਰ ਵਿੱਚ ਕੱਟ ਕਰਕੇ ਆਨਸਰ ਨਹੀਂ ਦਿੱਤਾ। ਇਸ ਕਰਕੇ ਜੋ ਆਨਸਰ ਐਟ ਇਟ ਇਜ਼ ਹੈ ਆਪਾਂ ਉਸੇ ਤਰ੍ਹਾਂ ਹੀ ਲਿਖਾਂਗੇ। 4/6 ਦਾ ਆਨਸਰ ਆ ਜਾਏਗਾ। ਪ੍ਰਸ਼ਨ ਨੰਬਰ 20, ਮਿੰਨੀ ਬੱਸ ਵਿੱਚ ਕੁੱਲ 20 ਸੀਟਾਂ ਹਨ। 10 ਸੀਟਾਂ ਉੱਪਰ ਸਵਾਰੀਆਂ ਬੈਠੀਆਂ ਹਨ। ਬੱਸ ਦੀਆਂ ਖਾਲੀ ਸੀਟਾਂ ਦੀ ਭਿੰਨ ਦੱਸੋ। ਟੋਟਲ ਸੀਟਾਂ ਕਿੰਨੀਆਂ ਨੇ ਬੇਟਾ, ਮੈਂ ਦੱਸਿਆ ਸੀ ਤੁਹਾਨੂੰ ਕਿੱਦਾਂ ਕਰਨਾ ਹੁੰਦਾ ਇਹਨੂੰ। ਟੋਟਲ ਸੀਟਾਂ 20 ਨੇ। ਸਵਾਰੀ ਕਿੰਨੇ ਸੀਟਾਂ 'ਤੇ ਬੈਠੀਆਂ ਨੇ 10 'ਤੇ। ਖਾਲੀ ਸੀਟਾਂ ਦੀ ਭਿੰਨ ਦੱਸਣੀ ਹੈ। ਹੁਣ ਭਿੰਨ ਸਾਡੇ ਕੋਲ ਬਣ ਗਈ 10/20, ਪਰ ਆਪਾਂ ਇਹਨੂੰ ਛੋਟੀ ਭਿੰਨ ਬਣਾਉਣਾ ਹੈ। 0 ਨਾਲ 0 ਕੱਟ ਦਾਂਗੇ। ਠੀਕ ਹੈ, ਜੇ ਆਪਾਂ ਤਕਸੀਮ ਭਾਗ ਵੀ ਕਰਨ ਤਾਂ ਵੀ ਹੋ ਸਕਦਾ। 10 1 10, 10 2 20 ਆ ਜਾਏਗਾ, ਫਿਰ ਵੀ 1/2 ਹੀ ਆਏਗਾ। ਸੋ ਮਿੰਨੀ ਬੱਸ ਵਿੱਚ 1/2 ਭਾਗ ਖਾਲੀ ਹੈ ਅਤੇ 1/2 ਭਾਗ ਹੀ ਭਰਿਆ ਹੋਇਆ ਹੈ। ਠੀਕ ਹੈ ਬੇਟਾ, ਇਹ ਸੀ ਬੇਟਾ ਸ਼ੀਟ ਨੰਬਰ 2। ਬੜੇ ਧਿਆਨ ਨਾਲ ਸੁਚੱਜੇ ਢੰਗ ਨਾਲ ਅਸੀਂ ਟਾਈਮ ਲਾ ਕੇ ਕੀਤੀ ਹੈ। ਤੁਸੀਂ ਬਾਰ-ਬਾਰ ਇਸ ਨੂੰ ਦੇਖ ਕੇ ਅਭਿਆਸ ਕਰ ਸਕਦੇ ਜੀ। ਸਾਰੇ ਅਧਿਆਪਕ ਸਾਥੀ ਅਤੇ ਬੱਚੇ ਜਿੰਨੇ ਵੀ ਵੀਡੀਓ ਦੇਖ ਰਹੇ ਆ, ਪਲੀਜ਼ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਬਾਕੀ ਬੱਚਿਆਂ ਤੱਕ ਵੀ ਪੁੱਜਦਾ ਹੋ ਸਕੇ, ਸਾਰਿਆਂ ਦਾ ਭਲਾ ਹੋ ਸਕੇ, ਸਾਰੇ ਇਸ ਨੂੰ ਵੇਖ ਕੇ ਅਭਿਆਸ ਕਰ ਸਕਣ। ਸੋ ਬੱਚਿਓ, ਕਾਫੀ ਲੰਬੀ ਸ਼ੀਟ ਸੀ, ਥੋੜ੍ਹੀ ਥਕਾ ਦੇਣ ਵਾਲੀ ਸੀ। ਕੋਈ ਗੱਲ ਨਹੀਂ, ਤੁਸੀਂ ਇਸ ਨੂੰ ਬਾਰ-ਬਾਰ ਦੇਖ ਕੇ ਅਭਿਆਸ ਕਰ ਸਕਦੇ ਹੋ। ਕੋਈ ਮੁਸ਼ਕਿਲ ਆਵੇ ਤਾਂ ਮੈਨੂੰ ਪੁੱਛ ਸਕਦੇ ਹੋ। ਸੋ ਅਗਲੇ ਕਿਸੇ ਹੋਰ ਵੀਡੀਓ 'ਚ ਫਿਰ ਮਿਲਾਂਗੇ। ਇਸ ਵੀਡੀਓ ਨੂੰ ਮੈਂ ਇੱਥੇ ਹੀ ਵਿਰਾਮ ਦੇ ਰਿਹਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।